शिवम फर्टिलिटी एंड IVF सेंटर जो कि जलंधर विखे स्थित है। यह हस्पताल बांझपन के मरीजों लिए एक वरदान साबित हो रहा है। डॉक्टर कुमुद पसरीचा जी जिन्हों ने अपना सारा ही जीवन बेऔलाद जोड़ियां की सेवा में लगाया तो उन्हों दी यादां हमेशा ही दिलों में वसियां रहणगियां ते साडी पंजाब प्लस की टीम डॉक्टर कुमुद पसरीचा जी को श्रद्धांजलि भेंट करती है। साडी पंजाब प्लस की टीम ने शिवम फर्टिलिटी एंड IVF सेंटर का विशेष दौरा किया ਅਤੇ डॉक्टर संगीता जी ने विशेष गलबात की। पेश है पंजाब प्लस की टीम वालों एक रिपोर्ट। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ ਸੰਗੀਤਾ ਜੀ ਦੇ ਨਾਲ, ਜਿਹੜੇ ਪਿਛਲੇ ਲੰਬੇ ਸਮੇਂ ਤੋਂ ਸ਼ਿਵਮ IVF ਤੇ ਬੇਬੀ ਸੈਂਟਰ ਦੇ ਉੱਤੇ ਆਪਣੀ ਸੇਵਾਵਾਂ ਦੇ ਰਹੇ ਨੇ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਸਰ। ਡਾਕਟਰ ਸਾਹਿਬ ਉਹ ਬੂਟਾ ਜਿਹੜਾ ਡਾਕਟਰ ਕੁਮਦ ਨੇ ਆਪਣੇ ਹੱਥਾਂ ਨਾਲ ਲਗਾਇਆ ਔਰ ਰਾਤ ਦਿਨ ਦੀ ਪਰਵਾਹ ਕੀਤੇ ਬਿਨਾਂ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੇਔਲਾਦ ਜੋੜਿਆਂ ਨੂੰ ਸੰਤਾਨ ਸੁਖ ਦੀ ਪ੍ਰਾਪਤੀ ਕਰਾਈ ਔਰ ਉਸੇ ਕੜੀ ਨੂੰ ਅੱਗੇ ਤੋਰਦੇ ਹੋਏ ਤੁਸੀਂ ਵੀ ਇੱਥੇ ਸੇਵਾ 'ਚ ਲੱਗੇ ਹੋ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਮੈਂ ਅੱਜ ਜੇ ਇੱਥੇ ਹੈਗੇ ਹਾਂ ਉਹ ਡਾਕਟਰ ਕੁਮਦ ਦੇ ਕਾਰਨ ਹੀ ਆ। ਉਹੀਓ ਸੀਗੇ, ਮੈਂ ਗਵਰਨਮੈਂਟ ਜੌਬ 'ਚ ਰਹੀ ਹਾਂ 35 ਸਾਲ ਗਵਰਨਮੈਂਟ ਜੌਬ ਕਰਕੇ ਮੈਂ ਰਿਟਾਇਰਮੈਂਟ ਲਈ ਸੀ। ਤਾਂ ਆਪਣਾ ਮੇਰੀ ਰਿਟਾਇਰਮੈਂਟ ਸੀਗੀ, ਮੈਂ ਐਕਸਟੈਂਸ਼ਨ ਨਹੀਂ ਸੀਗੀ ਦਸੰਬਰ 2017 'ਚ। ਔਰ ਡਾਕਟਰ ਕੁਮਦ ਦਾ ਮੈਨੂੰ ਸੀਗਾ ਕਿ ਤੂੰ ਆ ਕੇ ਮੇਰੇ ਨਾਲ ਕੰਮ ਕਰ, ਕਿਉਂਕਿ ਅਸੀਂ MD ਇੱਕ ਸਾਲ ਇਕੱਠੇ ਕੀਤੀ ਸੀ ਇੱਕੋ ਟੀਚਰ ਕੋਲੋਂ ਇੱਕੋ ਹੀ ਡਿਪਾਰਟਮੈਂਟ 'ਚ। ਔਰ ਸਾਡੀ ਐਸੋਸੀਏਸ਼ਨ सन 1985-86 ਦੀ ਔਰ ਅਸੀਂ ਹਮੇਸ਼ਾ ਇਨ ਟੱਚ ਰਹੇ। ਔਰ ਮੈਨੂੰ ਇਹ ਪਤਾ ਸੀਗਾ ਕਿ ਡਾਕਟਰ ਕੁਮਦ ਨੇ ਜਿਹੜਾ ਸੈਂਟਰ ਸ਼ੁਰੂ ਕੀਤਾ ਉਹ ਸਿਰਫ ਇੱਕ ਮੈਡੀਕਲ ਸੈਂਟਰ ਦੇ ਤੌਰ ਤੇ ਨਹੀਂ ਹੈ, ਉਹ ਇੱਕ ਮੁਹਿੰਮ ਸੀ ਉਹਨਾਂ ਨੇ ਕੀਤੀ ਸੀ, ਇੱਕ ਪਰਪਸ ਲੈ ਕੇ ਚੱਲੇ ਸੀ। ਔਰ ਜੋ ਵੀ ਉਹਨਾਂ ਨੇ ਕੀਤਾ ਸੀਗਾ ਇੱਕ ਡੈਡੀਕੇਸ਼ਨ ਦੇ ਨਾਲ ਕੀਤਾ ਸੀ, ਐਜ਼ ਅ ਕਮਰਸ਼ੀਅਲ ਸੈਂਟਰ ਨਹੀਂ, ਰਾਦਰ ਉਹਨਾਂ ਨੇ ਇੱਕ ਇਹਦੇ 'ਚ ਹਿਊਮੈਨਿਟੀ ਔਰ ਐਕਚੁਅਲੀ ਹੈਲਪ ਕਰਨ ਲਈ ਲੋਕਾਂ ਨੂੰ ਸ਼ੁਰੂ ਕੀਤਾ ਸੀ। ਉਹੀ ਉਹ ਕਨਸੈਪਟ ਉਹਨਾਂ ਦਾ ਮੈਨੂੰ ਅੱਛਾ ਲੱਗਾ ਸੀ, ਉਹਦੇ ਕਰਕੇ ਮੈਂ ਅੱਜ ਉਹ ਸੈਂਟਰ 'ਤੇ ਹਾਂ। ਔਰ ਉਹਨਾਂ ਤੋਂ ਬਾਅਦ ਅੱਜ ਮੈਂ ਆਪਣੀ ਰਿਸਪੌਂਸਿਬਿਲਿਟੀ ਸਮਝਦੀ ਹਾਂ ਕਿ ਜਿਸ ਪੌਦੇ ਨੂੰ ਉਹਨਾਂ ਨੇ ਲਗਾਇਆ ਸੀ ਅਸੀਂ ਉਹਨੂੰ ਸੀਂਚ ਕੇ ਅੱਗੇ ਹੋਰ ਲੈ ਕੇ ਜਾਈਏ ਔਰ ਆਪਣੇ ਕੋਸ਼ਿਸ਼ ਦੇ ਵਿੱਚ ਜਿੰਨਾ ਵੱਧ ਤੋਂ ਵੱਧ ਅਸੀਂ ਕਰ ਸਕੀਏ ਲੋਕਾਂ ਵਾਸਤੇ। ਔਰ ਜੋ ਉਹਨਾਂ ਦਾ ਪਰਪਸ ਹੈ ਜਿਹਦੇ ਨਾਲ ਉਹਨਾਂ ਨੇ ਸੈਂਟਰ ਸ਼ੁਰੂ ਕੀਤਾ ਸੀ ਉਹਨੂੰ ਉਸੇ ਤਰ੍ਹਾਂ ਅੱਗੇ ਲੈ ਕੇ ਜਾਈਏ। ਮੈਡਮ ਗੱਲ ਕਰੀਏ ਕਿ ਕੈਸੀ ਡਾਕਟਰ ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਾਉਂਸਲਿੰਗ ਦੇ ਨਾਲ ਹੀ ਜਿਹੜੇ ਹੈਗੇ ਲੋਕ ਜਿਹੜੇ ਬੜੇ ਉਦਾਸ ਪਰੇਸ਼ਾਨ ਆਉਂਦੇ ਸੀਗੇ ਔਰ ਕਾਉਂਸਲਿੰਗ ਉਹਨਾਂ ਦੀ ਬੜੀ ਹਾਈ ਸੀਗੀ ਔਰ ਉਹ ਉਹਨਾਂ ਦੇ ਨਾਲ ਬੜੇ ਧੰਮਲ ਦੇ ਨਾਲ ਪਿਆਰ ਦੇ ਨਾਲ ਗੱਲ ਕਰਦੇ ਸੀ ਔਰ ਉਸੇ ਚੀਜ਼ ਨੂੰ ਤੁਸੀਂ ਫੋਲੋ ਕਰਕੇ ਜਦੋਂ ਦਾ ਹੁਣ ਤੁਸੀਂ ਇੱਥੇ 18 'ਚ ਆਏ ਹੋ ਉਸ ਤੋਂ ਬਾਅਦ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਇਹ ਸੈਂਟਰ ਦੇ ਰਿਹਾ, ਉਹਦੇ ਬਾਰੇ ਕੀ ਕਹਿਣਾ ਚਾਹੋ? ਅਸੀਂ ਮੈਂ ਤੁਹਾਨੂੰ ਕਿਹਾ ਨਾ ਅਸੀਂ ਉਹੀ ਉਹਨਾਂ ਦੇ ਪੱਚ ਇਹਨਾਂ 'ਤੇ ਚੱਲ ਕੇ ਅੱਗੇ ਚੱਲ ਰਹੇ ਹਾਂ। ਔਰ ਮੇਰੇ ਹਿਸਾਬ ਨਾਲ ਵੀ ਕਾਉਂਸਲਿੰਗ ਜਿਹੜੀ ਹੈ ਉਹ 50% ਕੰਮ ਕਰਦੀ ਹੈ ਕਿਸੇ ਵੀ ਟ੍ਰੀਟਮੈਂਟ ਦੇ ਵਿੱਚ। ਜਿਹੜਾ ਪੇਸ਼ੈਂਟ ਆਉਂਦਾ ਹੈ ਉਹ ਕੋਈ ਵੀ ਸੁਖੀ ਨਹੀਂ ਆਉਂਦਾ ਡਾਕਟਰ ਕੋਲ, ਜਿਹੜਾ ਵੀ ਆਉਂਦਾ ਹੈ ਕੋਈ ਨਾ ਕੋਈ ਆਪਣੀ ਤਕਲੀਫ ਚਾਹੇ ਉਹ ਮਾਨਸਿਕ ਹੈ ਚਾਹੇ ਉਹ ਸਰੀਰਕ ਹੈ ਉਹਦੇ ਲਈ ਆਉਂਦਾ ਹੈ। ਔਰ ਉਹਦੀ ਗੱਲ ਸੁਣਨੀ, ਉਹਨੂੰ ਸਮਝਣਾ ਔਰ ਉਹਦੀ ਪ੍ਰੋਬਲਮਸ, ਕਈ ਵਾਰੀ ਜਿਹੜੀ ਸਾਡੀ ਫਿਜ਼ੀਕਲ ਬਿਮਾਰੀ ਹੈ ਉਹਦੀ ਜੜ ਕਿਤੇ ਨਾ ਕਿਤੇ ਇੱਕ ਸੋਚ ਨਾਲ ਜਾਂ ਕਿਸੇ ਮੈਂਟਲ ਤਕਲੀਫ ਨਾਲ ਜ਼ਿਆਦਾ ਹੋ ਜਾਂਦੀ। ਸੋ ਉਹਦੀ ਰੂਟ ਨੂੰ ਲੈ ਕੇ ਜਾਣਾ ਉੱਥੋਂ ਸੱਟ ਕੇ। ਔਰ ਦੂਸਰੀ ਗੱਲ ਹੈ ਕਿ ਇੱਕ ਉਮੀਦ ਦੀ ਕਿਰਨ ਦੇਣੀ, ਝੂਠ ਵੀ ਨਹੀਂ ਦੱਸਣਾ ਕਿਸੇ ਨੂੰ, ਲੇਕਿਨ ਇੱਕ ਪੋਜ਼ੀਟਿਵ ਐਟੀਟਿਊਡ ਲੈ ਕੇ ਚੱਲਣਾ ਜਿਹਦੇ ਨਾਲ ਕਿ ਪੇਸ਼ੈਂਟ ਜਿਹੜਾ ਆਪਣੇ ਟ੍ਰੀਟਮੈਂਟ ਦੇ ਵਿੱਚ ਇੰਟਰਸਟ ਲਏ, ਨਾਲ ਉਹਨੂੰ ਹਰ ਚੀਜ਼ ਪੂਰੀ ਦੱਸਣੀ। ਇਹ ਵੀ ਸਾਡਾ ਇੱਕ ਅਸੂਲ ਹੈ ਕਿ ਅਸੀਂ ਪੇਸ਼ੈਂਟ ਨਾਲ ਕੋਈ ਵੀ ਗੱਲ ਲੁਕੋ ਕੇ ਨਹੀਂ ਕਰਦੇ, ਜੋ ਵੀ ਹੈ ਜਿਸ ਤਰ੍ਹਾਂ ਉਹਨੂੰ ਸਿੱਧੇ ਤੌਰ 'ਤੇ ਪੇਸ਼ੈਂਟ ਨੂੰ ਦੱਸਦੇ ਹਾਂ ਤਾਂ ਕਿ ਉਹ ਟ੍ਰੀਟਮੈਂਟ ਦੇ ਵਿੱਚ ਸਾਡੇ ਨਾਲ ਲੱਗਾ ਰਹੇ, ਇਹ ਨਾ ਸੋਚੇ ਕਿ ਇਹ ਨਹੀਂ ਹੋਇਆ ਤਾਂ ਮੈਂ ਛੱਡਦਾ। ਉਹਦੇ ਕਰਕੇ ਕਾਉਂਸਲਿੰਗ ਜਿਹੜੀ ਹੈ ਮੇਰੇ ਹਿਸਾਬ ਨਾਲ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਔਰ ਅਸੀਂ ਬਹੁਤ ਜ਼ਿਆਦਾ ਇਹਦੇ 'ਤੇ ਸਟ੍ਰੈਸ ਦਿੰਦੇ ਹਾਂ ਕਾਉਂਸਲਿੰਗ। ਮੈਡਮ ਅਗਰ ਆਪਾਂ ਗੱਲ ਕਰੀਏ ਅੱਜ ਦਾ ਜਿਹੜਾ ਯੁੱਗ ਹੈਗਾ ਜਿਸ ਦੇ ਵਿੱਚ ਇਨਫਰਟੀਲਿਟੀ ਦੀ ਜਿਹੜੀ ਦਰ ਹੈਗੀ ਆ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ, ਕੀ ਕਾਰਨ ਹੈ ਕਿ ਇਨਫਰਟੀਲਿਟੀ ਅੱਗੇ ਜਦੋਂ ਕੋਈ ਇਨਫਰਟਾਈਲ ਹੁੰਦਾ ਸੀ ਕਪਲ ਤੇ ਬੜਾ ਪ੍ਰੈਸ਼ਰ ਦੇ ਵਿੱਚ ਫੈਮਿਲੀ ਸਾਰੀ ਆ ਜਾਂਦੀ ਹੁੰਦੀ ਸੀਗੀ ਔਰ ਆਪਣੇ ਆਪ ਨੂੰ ਛੁਪਾਉਣਾ ਇਸ ਗੱਲ ਨੂੰ, ਚਾਹੇ ਮੇਲ ਇਨਫਰਟਾਈਲ ਹੈ ਚਾਹੇ ਫੀਮੇਲ ਇਨਫਰਟੀਲਿਟੀ ਹੈ, ਲੋਕ ਬੜਾ ਇਸ ਚੀਜ਼ ਨੂੰ ਇੱਕ ਹੀਨ ਭਾਵਨਾ ਜੀ ਸਮਝਦੇ ਸੀਗੇ। ਲੇਕਿਨ ਅੱਜ ਕੱਲ੍ਹ ਕਿਉਂਕਿ ਨੈੱਟ ਦਾ ਜ਼ਮਾਨਾ ਹੈ, ਆਨਲਾਈਨ ਲੋਕ ਥੋੜ੍ਹੇ ਜਿਹੇ ਅੱਗੇ ਨਾਲੋਂ ਘਰਾਂ 'ਚ ਬਾਹਰ ਨਿਕਲਣ ਲੱਗ ਗਏ ਨੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਇਨਫਰਟੀਲਿਟੀ ਦੇ ਜਿਹੜਾ ਅਸੀਂ ਜੇ ਕਹੀਏ ਨਾ ਦਰ ਵਧਣ ਦੇ ਥੋੜ੍ਹੇ ਜਿਹੇ ਕਾਰਨ ਵੀ ਹੈਗੇ ਹੈ ਔਰ ਇੱਕ ਚੀਜ਼ ਇਹ ਵੀ ਹੈਗੀ ਹੈ ਕਿ ਹੁਣ ਅਵੇਅਰਨੈਸ ਕਰਕੇ ਲੋਕੀ ਸਾਹਮਣੇ ਆ ਰਹੇ ਹੈ। ਪਹਿਲੇ ਇਨਫਰਟੀਲਿਟੀ ਹੁੰਦੀ ਸੀ, ਲੋਕ ਘਰ ਹੀ ਰਹਿੰਦੇ ਸੀਗੇ, ਇੱਕ ਵਿਆਹ ਨਹੀਂ ਹੋਇਆ ਦੂਜਾ ਵਿਆਹ ਕਰ ਦਿੰਦੇ ਸੀ, ਮੁੰਡੇ ਦਾ ਤੀਜਾ ਵਿਆਹ ਕਰ ਦਿੰਦੇ ਸੀ ਔਰ ਕਈ ਵਾਰੀ ਸਾਹਮਣੇ ਨਹੀਂ ਆਉਂਦੇ ਸੀ। ਲੇਕਿਨ ਥੋੜ੍ਹੀ ਜਿਹੀ ਚੀਜ਼ ਜਿਹੜੀ ਹੈ ਉਹ ਸਾਡੇ ਲਾਈਫ ਸਟਾਈਲ ਚੇਂਜ ਨਾਲ ਆ ਗਿਆ। ਪਹਿਲੀ ਗੱਲ ਵਰਕਿੰਗ ਲੇਡੀਜ਼ ਹੋ ਗਈਆਂ, ਲੇਟ ਏਜ ਆਫ ਮੈਰਿਜ ਹੋ ਗਈ ਹੈ ਔਰ ਲੇਟ ਏਜ ਆਫ ਮੈਰਿਜ ਹੈ, ਫਿਰ ਜਿਹੜੇ ਹਾਈ ਪ੍ਰੋਫਾਈਲ ਜੌਬਸ ਦੇ ਵਿੱਚ ਕੰਮ ਕਰਦੇ ਆ ਉਹ ਫਿਰ ਆਪਣੇ ਆਪ ਚਾਈਲਡ ਬੇਅਰਿੰਗ ਨੂੰ ਵੀ ਡਿਲੇ ਕਰਦੇ ਆ ਔਰ ਡਿਲੇ ਹੋਣ ਕਰਕੇ ਚਾਂਸਸ ਜਿਹੜੇ ਆ ਨੋਰਮਲ ਫਰਟੀਲਿਟੀ ਦੇ ਘੱਟ ਜਾਂਦੇ। ਇਹ ਵੀ ਇੱਕ ਕਾਰਨ ਹੈ ਜਿਹਦੇ ਕਰਕੇ ਸਾਡੇ ਕੋਲ ਇਨਫਰਟੀਲਿਟੀ ਦੇ ਕੇਸਿਸ ਜ਼ਿਆਦਾ ਆ ਰਹੇ ਆ। ਦੂਸਰੀ ਚੀਜ਼ ਹੈ ਕਿ ਡਾਇਟ ਅੱਜ ਕੱਲ੍ਹ ਦੀ ਜਿਹੜਾ ਨਵਾਂ ਟ੍ਰੈਂਡ ਹੈ
वो अपना काफ़ी तरह की है फास्ट फूड कल्चर और दूसरिया बाहर का खाना सम और प्लस जी साड़ी एटमोसफेयर के पोल्यूशन है जी साड़ी डाइट के पेस्टिसाइड्स है सानू अच्छा खाना नहीं मिलता वो सारिया चीज़ां किते ना किते अंडे पोश से असर कर दी जोड़ा मेल्स के इनफर्टिलिटी है वह भी कारण एक भी है तो बाकी होर कारणों के नाल सो ये भी सारिया चीज़ां जिदे करके वध रहे प्रॉब्लम। ਅੰਡਾ ਸਰ ਤੁਹਾਡਾ 35 ਸਾਲ ਦਾ ਲੰਬਾ ਐਕਸਪੀਰੀਅੰਸ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹਿਲਾਂ ਜਿਹੜਾ ਗਾਇਨੀ ਦਾ ਸੇਵਾਵਾਂ ਆਪਣੀ ਦੇ ਕੇ ਆਏ ਹੋ ਔਰ ਉਸ ਸਮੇਂ ਦੇ ਉੱਪਰ ਜਦੋਂ ਆਈਵੀਐਫ ਵਗੈਰਾ ਤੇ ਇਹ ਨਹੀਂ ਹੁੰਦੇ ਸੀ ਤੁਸੀਂ ਤਾਂ ਉਸ ਸਮੇਂ ਤੋਂ ਹੀ ਲੋਕਾਂ ਨੂੰ ਜਿਹੜਾ ਸੰਤਾਨ ਸੁਖ ਦੀ ਪ੍ਰਾਪਤੀ ਕਰਵਾ ਰਹੇ ਸੀਗੇ ਔਰ ਸੋਨੇ ਦੇ ਸੁਹਾਗਾ ਕਿਉਂਕਿ ਡਾਕਟਰ ਕੁਮਦ ਨੇ ਵੀ ਇੱਕ ਐਸੀ ਸੈਂਟਰ ਹੀ ਖੋਲ੍ਹਿਆ ਕਿ ਜਿਹੜਾ ਕਿ ਸੇਵਾ ਹੋਵੇ ਲੋਕਾਂ ਦੇ ਵਿੱਚ ਇਹ ਨਹੀਂ ਹੈ ਕਿ ਕੋਈ ਵੀ ਆਉਂਦਾ ਉਹਨੂੰ ਆਈਵੀਐਫ ਤੇ ਪਾ ਲਿਆ ਕਿ ਅਸੀਂ ਆਈਵੀਐਫ ਕਰਨਾ ਹੈਗਾ ਉਹ ਬੜੀ ਲੇਟ ਜਿਹੜਾ ਹੈਗਾ ਆਈਵੀਐਫ ਦਾ ਡਿਸੀਜਨ ਲੈਂਦੇ ਸੀਗੇ ਉਹੀ ਚੀਜ਼ਾਂ ਨੂੰ ਲੈ ਕੇ ਤੁਸੀਂ ਇੱਥੇ ਸੈਂਟਰ ਚਲਾ ਰਹੇ ਹੋ ਕੀ ਕਹਿਣਾ ਚਾਹੁੰਦੇ देखो साडा सेंटर का नाम ही शिवम फर्टिलिटी एंड आईवीएफ सेंटर है सो साडा काम पहला फर्टिलिटी है साडे बहुत पेशेंट्स है सिंपल रीअश्योरेंस नाल छोटी मोटी कोई प्रॉब्लम है उन्होंने ट्रीट करो उहदे नाल लेकिन स्ट्रेट अवे आईवीएफ असी आम तौर पर नहीं किसी को भी एडवाइस करते और साडे मैं कह सकती हूँ तुहानूं कि मोर दैन साडे 60% जो पेशेंट है ना 60 to 70% वो विदाउट आईवीएफ कंसीव करके गए साडे कोल और लोड़ होंदी है जो पेशेंट को लोड़ है वही उन्होंने देना इो साडी ट्रांसपेरेंसी इो साडी ऑनेस्टी टू प्रोफैशन है जिन्हों मैं भी और मेरा सारा स्टाफ साडी टीम जी है असी सारे इस नाल चल रहे हैं कि असी उहियो करना है जो पेशेंट लिए साड़ी समय के हिसाब नाल अपनी नॉलेज के हिसाब नाल जो असी बेस्ट पेशेंट को ऑफर कर सकते हैं वो असी मैडम गल करिए मल्टीपल आईवीएफ फेलर्स की और बहुत सारे लोग आ ਜਿਹੜੇ ਉਹ ਥਾਂ ਥਾਂ ਤੋਂ ਅੱਕੇ ਥੱਕੇ ਆਉਂਦੇ ਆ ਲੇਕਿਨ ਤੁਹਾਡਾ ਉਹ ਐਕਸਪੀਰੀਅੰਸ ਅਸੀਂ ਮੰਨੀਏ ਕਿ ਉਹ 35 ਸਾਲ ਦਾ ਐਕਸਪੀਰੀਅੰਸ ਤੇ ਡਾਕਟਰ ਕੁਮਦ ਦੇ ਨਾਲ ਜਿਹੜਾ ਤੁਹਾਡਾ ਉਹ ਪੀਰੀਅਡ ਆ ਕੰਮ ਕਰਨ ਦਾ ਇਹ ਕਾਰਨ ਆ ਕਿ ਉਹ 35 ਸਾਲ ਦਾ ਜਿਹੜੇ ਬੜੇ ਲੰਬੇ ਸਮੇਂ ਤੋਂ ਜਿਹੜੇ ਇਨਫਰਟਾਈਲ ਕਪਲਸ ਹੁੰਦੇ ਹੈਗੇ ਆ ਉਹ ਇੱਥੇ ਆ ਕੇ ਕਨਸੀਵ ਕਰ ਜਾਂਦੇ देखो कंसीव करना मैं कहूँगी रब की मेहरबानी है ऐसी डॉक्टर्स जोड़े ऐसी एक हद तक काम कर सकते हैं जो साढ़े हाथ से 100% साडा देना साड़ी ड्यूटी भी है और असी करते भी हैं उस तो बाद जो रिजल्ट है वो ईश्वर दिंदा है मैं पेशेंट भी यही कहनी मैं तुहानूं भी यही कहूँगी ये ना मेरी कोई बहादुरी है ना किसी भी डॉक्टर की है साडा काम है अपनी जॉब जी है अपनी ड्यूटी है असी पेशेंट को ट्रीट करिए उन्होंने असैस करिए जो उन्होंने लोड़ है उन्होंने ट्रीटमेंट दिता जाए बाकी रिजल्ट देने वाला रब है और ना असी रब है ना असी रब बनना चाहते हैं लेकिन एक ऑनेस्टी के नाल काम करना अगे जी शफा है तो डॉक्टर कुमद की ब्लैसिंग्स है तो रब दी ब्लैसिंग्स है और इहो मैं कह सकती हूँ ਐਂਡ ਅਸਲ ਅਗਰ ਆਪਾਂ ਪੀਸੀਓਡੀਜ਼ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਉਹਦਾ ਅਕਰੈਂਸ ਬਹੁਤ ਜ਼ਿਆਦਾ ਵੱਧ ਰਿਹਾ ਔਰ ਇੱਕ ਵੱਡਾ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਇੱਕ ਹਰਡਲ ਬਣ ਰਿਹਾ ਲੋਕਾਂ ਦੇ ਫਰਟਾਈਲ ਹੋਣ 'ਚ ਉਹਦੇ ਬਾਰੇ ਕੀ ਕਹਿੰਦੇ PCOD जी है लाइफस्टाइल डिजीज़ गिनी जाती है लाइफस्टाइल हुण बदल गया इस पिछे डिजीज़ कॉमन हो गई है लोग सोइयो सी कि पहलों क्यों नहीं सी इन्ना PCOD होंदा क्योंकि सारा लाइफस्टाइल बदल गया असी अपने नेचर तो दूर हो गए असी ताज़ी हवा च बच्चे साढ़े बाहर नहीं जाते वो अंदर बैठ के कंप्यूटर पर गेम्स खेलना चाहते हैं वो घर का बनया साफ सुथरा खाना नहीं खाना चाहते वो बाहरों मंगा के खाना खाना चाहते हैं और उन्होंने जी एक्टिविटी है वो बहुत घट गई है फिजिकल एक्टिविटी का घट जाना अच्छे पौष्टिक खाने का खाना फिर अजकल जो टेंडेंसी है बच्चों की देर रात तक जागते सवेरे लेट उठते हैं वो साड़ी सारी बॉडी का जो रिदम है साढ़े हार्मोन्स बहुत ही डेलीकेट बैलेंस नाल चलते हैं जो असी लाइफ जिस तरह होनी चाहिए असी नहीं जीते असी उन्होंने बदलना शुरू कर देंगे जो असी वो चेंजिज ले आने और ये चेंजिज अज दे नहीं आ रहे कई सालों तो आ रहे हैं और हौली हौली वो वे ऑफ लाइफ है हूँ जो कोई बच्चा रात 2 बजे तक जाग रहा है सवेरे 11 बजे तक सो रहा उन्होंने कोई अबनॉर्मल नहीं गिनता जो मैं सवेरे ना उठती तो मेरे तो पापा कान फड़ के उठा देंगे सी कि सौन का टाइम है सो ये सारिया चीज़ां जिहड़ियां ये एक लाइफस्टाइल डिजीज़ है और तुसीं देखोगे कि इंडिया दे विच हाइपरटेंशन डायबिटीज़ का इंसीडेंस भी वध रहे हैं जिन्ने पेशेंट्स है यंग बच्चे जिन्होंने अज लड़कियों को PCOD की प्रॉब्लम है अगे जाके हाई रिस्क केसिस है कि इन्हों हार्ट डिजीज़ डायबिटीज़ ये होने के चांसेस और ओबेसिटी मोटापा जिन्होंने कहते हैं ये सारिया चीज़ां जिहड़ियां अगे अगे वध जांदियां और वधन का कारण यही होगा कि लाइफस्टाइल डिजीज़ का जो ट्रीटमेंट है वो भी लाइफस्टाइल ही है दवाइयाँ बाद आती हैं सबसे पहले लाइफस्टाइल है कि दे हैव टू चेंज देयर वेज पेरेंट्स भी और बच्चे भी इन्हां च काउंसलिंग मेरे हिसाब नाल सब तो ज़्यादा काम करती है काउंसलिंग डाइट और उन्होंने चेंज और मोस्टली ऐसी पेशेंट्स जोड़े है जो यह चीज़ा करिए तो मिनिमल जी मेडिकेशन के नाल पेशेंट्स मैनेज हो सकते हैं और PCOD भी एक लार्ज सेगमेंट है जोड़ा कल आफ्टर मैरिज एक कारण फॉर इनफर्टिलिटी भी बन जाता है सो सानू चाहिए है कि जी है बुराई इनू बचपन चो ही
ਛੋਟੀ ਉਮਰ ਤੋਂ ਹੀ ਕਰ ਲਈ। ਅੱਜ ਕੱਲ੍ਹ ਦੇਖੋਗੇ ਕਿੰਨੇ ਯੰਗ ਲੜਕੀਆਂ ਇੰਨੀਆਂ ਮੋਟੀਆਂ ਹੁੰਦੀਆਂ। ਸਾਡੇ ਲੋਕਾਂ ਦੇ ਟਾਈਮ 'ਚ ਨਹੀਂ ਹੁੰਦੇ ਸੀ, ਕਿਉਂਕਿ ਸਾਡੀ ਆਊਟਡੋਰ ਐਕਟੀਵਿਟੀ ਹੁੰਦੀ ਸੀਗੀ, ਸਿੰਪਲ ਖਾਣਾ ਹੁੰਦਾ ਸੀ ਘਰ ਦਾ। ਬਟ ਹੁਣ ਇਹ ਚੀਜ਼ਾਂ ਜਿਹੜੀਆਂ ਬਦਲ ਰਹੀਆਂ, ਔਰ ਸ਼ਾਇਦ ਕਰੋਨਾ ਵਾਇਰਸ ਨੇ ਲੋਕਾਂ ਨੂੰ ਸ਼ਾਇਦ ਕੁਝ ਸਿਖਾ ਦੇ। ਸਾਰੇ ਘਰ ਆ ਗਏ, ਲਾਈਫ ਸਟਾਈਲ ਬਦਲ ਗਿਆ। ਮੇ ਬੀ ਮੈਨੂੰ ਲੱਗ ਰਿਹਾ ਕਿ ਸ਼ਾਇਦ PCOD ਦਾ ਇੰਸੀਡੈਂਸ ਵੀ ਘੱਟ ਜਾਏਗਾ ਇਹਦੇ ਨਾਲ। ਐਂਡ ਆਈ ਹੋਪ ਕਿ ਇਸ ਸਮੇਂ ਡਾਕਟਰ ਐਂਡੋਮੈਟ੍ਰਿਓਸਿਸ ਜਿਹੜਾ ਕਿ ਇੱਕ ਹੋਰ ਬੈਂਕਰ ਜਿਹੜਾ ਅੱਜ ਕੱਲ੍ਹ ਹਾਰਡਲ ਬਣ ਰਿਹਾ ਹੈਗਾ, ਔਰ ਉਹਦੇ ਨਾਲ ਇਨਫਰਟਿਲਿਟੀ ਦੇ ਜਿਹੜੇ ਕੇਸ ਬਹੁਤ ਜ਼ਿਆਦਾ ਵੱਧ ਰਹੇ, ਉਹਦੇ ਬਾਰੇ ਐਂਡੋਮੈਟ੍ਰਿਓਸਿਸ ਜਿਹੜਾ ਨਾ ਕਿ ਜੇ ਅਸੀਂ ਇਨਫਰਟਿਲਿਟੀ ਦੇ ਕੇਸਿਸ ਦੇਖੇ, ਖਾਸ ਤੌਰ 'ਤੇ ਟਿਊਬਲ ਇਨਫਰਟਿਲਿਟੀ, ਉਹਨਾਂ 'ਚ ਬਹੁਤ ਹਾਈ ਜਿਹੜਾ ਪਰਸੈਂਟੇਜ ਹੈ ਉਹ ਐਂਡੋਮੈਟ੍ਰਿਓਸਿਸ ਨਾਲ ਆਉਂਦਾ ਹੈ। ਐਂਡੋਮੈਟ੍ਰਿਓਸਿਸ ਅਗੇਨ ਜਿਹੜਾ ਡਿਲੇਡ ਚਾਈਲਡ ਬਰਥ ਹੈ, ਦੈਟ ਇਜ਼ ਆਲਸੋ ਵਨ ਰੀਜ਼ਨ। ਪਲੱਸ ਉਹਦੇ ਹੋਰ ਥਿਓਰੀਜ਼ ਹੈ, ਹਾਲੇ ਐਗਜ਼ੈਕਟ ਰੀਜ਼ਨ ਕਿਸੇ ਨੂੰ ਨਹੀਂ ਪਤਾ ਕਿ ਐਂਡੋਮੈਟ੍ਰਿਓਸਿਸ ਇੱਕ ਨੂੰ ਹੁੰਦਾ ਦੂਜੇ ਨੂੰ ਕਿਉਂ ਨਹੀਂ ਹੁੰਦਾ। ਲੇਕਿਨ ਇਹਦੇ ਵੀ ਇੰਸੀਡੈਂਸ ਜਿਹੜਾ ਹੈਗਾ ਹੈ, ਲੇਕਿਨ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਨਹੀਂ ਹੈ ਐਜ਼ ਕੰਪੇਅਰ ਟੂ PCOD। ਐਂਡੋਮੈਟ੍ਰਿਓਸਿਸ ਦਾ ਇੰਨਾ ਇੰਸੀਡੈਂਸ ਨਹੀਂ ਹੈ, ਲੇਕਿਨ ਇਹਨਾਂ 'ਚ ਟਿਊਬਲ ਫੈਕਟਰ ਹੈ। ਇਸ ਵਿੱਚ ਜਿਹੜੇ ਕੇਸਿਸ IVF 'ਚ ਜਾਂਦੇ ਆ, ਉਹਨਾਂ 'ਚ ਡੈਫੀਨੇਟਲੀ ਐਂਡੋਮੈਟ੍ਰਿਓਸਿਸ ਦਾ ਜਿਹੜਾ ਨੰਬਰ ਹੈ ਉਹ ਹਾਈ ਹੈ, ਬਿਕੋਜ਼ ਇਹਨਾਂ 'ਚ ਟਿਊਬਸ ਇਨਵੋਲਵ ਹੁੰਦੀਆਂ, ਔਰ ਜਿੱਥੇ ਟਿਊਬਸ ਇਨਵੋਲਵ ਹੋ ਜਾਂਦੀਆਂ ਉੱਥੇ ਸਿਵਾਏ IVF ਦੇ ਫਿਰ ਟ੍ਰੀਟਮੈਂਟ ਹੋਰ ਪੋਸੀਬਲ ਨਹੀਂ ਹੁੰਦਾ। ਡਾਕਟਰ ਸਾਹਿਬ, ਟਿਊਬਰਕਲੋਸਿਸ TB ਦੀ ਗੱਲ ਕਰੀਏ ਤਾਂ TB ਦਾ ਕੇਸ ਬਹੁਤ ਜ਼ਿਆਦਾ ਲੇਡੀਜ਼ 'ਚ ਵੱਧ ਰਿਹਾ ਹੈਗਾ, ਉਹਦਾ ਕੀ ਕਾਰਨ ਹੈ? ਟਿਊਬਰਕਲੋਸਿਸ ਜਿਹੜੀ ਹੈ ਉਹ ਇੱਕ ਇੰਡੀਆ ਦੇ ਵਿੱਚ ਕਹਿ ਲਾਂਗੇ ਕਿ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ, ਸਾਡੇ ਇੰਨੇ ਪ੍ਰੋਗਰਾਮਸ ਚੱਲ ਰਹੇ ਹੈ, ਬਟ ਹਾਲੇ ਵੀ ਅਸੀਂ ਉਹਨੂੰ ਇਰੈਡੀਕੇਟ ਪੂਰੀ ਤਰ੍ਹਾਂ ਨਹੀਂ ਕਰ ਸਕਦੇ। ਹਾਲਾਂਕਿ ਬਹੁਤ ਅੱਛਾ ਟ੍ਰੀਟਮੈਂਟ ਹੈ, ਸਭ ਕੁਝ ਅਵੇਲੇਬਲ ਹੈ। ਓਨਲੀ ਥਿੰਗ ਇਸ ਕਿ ਲੌਂਗ ਟਰਮ ਟ੍ਰੀਟਮੈਂਟ ਹੈਗਾ, ਔਰ ਕਈ ਵਾਰੀ ਲੋਕ ਜਿਹੜੇ ਵਿੱਚੋਂ ਟ੍ਰੀਟਮੈਂਟ ਛੱਡ ਦਿੰਦੇ ਹੈ। ਇਨਕੰਪਲੀਟ ਟ੍ਰੀਟਮੈਂਟ ਦੇ ਨਾਲ ਡਰਗ ਰੈਜ਼ਿਸਟੈਂਟ ਟਿਊਬਰਕਲੋਸਿਸ ਦਾ ਇੰਸੀਡੈਂਸ ਵੀ ਵੱਧ ਗਿਆ। ਬਾਕੀ ਜਿਹੜੀਆਂ ਹੋਰ ਬਿਮਾਰੀਆਂ ਜਿਸ ਤਰ੍ਹਾਂ HIV ਦੀ ਪ੍ਰੋਬਲਮ ਆ ਗਈ ਜਾਂ ਦੂਸਰੀ ਆ ਗਈਆਂ ਜਿਨ੍ਹਾਂ ਨਾਲ ਇਮਿਊਨਿਟੀ ਘੱਟ ਜਾਂਦੀ ਹੈ, ਕੈਂਸਰਸ ਹੈ, ਹੋਰ ਵੀ ਇਮਿਊਨੋਸਪਰੈਸੈਂਟ ਜਿਹੜੀਆਂ ਬਿਮਾਰੀਆਂ ਇਹਨਾਂ ਦੇ ਵਿੱਚ TB ਹੋਣ ਦਾ ਖਤਰਾ ਵੱਧ ਜਾਂਦਾ ਹੈ। ਇਨਫਰਟਾਈਲ ਕਪਲਸ ਦੇ ਵਿੱਚ ਇੰਸੀਡੈਂਸ ਆਫ ਟਿਊਬਰਕਲੋਸਿਸ ਹਾਈ ਹੈ, ਔਰ ਨਾਰਮਲੀ ਕੀ ਹੁੰਦਾ ਕਿ ਮਿਸ ਹੋ ਜਾਂਦਾ ਹੈ ਕਿਉਂਕਿ ਇੰਨੇ ਜ਼ਿਆਦਾ ਸਿੰਪਟਮਸ ਨਹੀਂ ਹੁੰਦੇ, ਪੇਸ਼ੈਂਟ ਨੂੰ ਪਲਮਨਰੀ ਸਿੰਪਟਮਸ ਨਹੀਂ ਹੁੰਦੇ, ਸੋ ਪੇਸ਼ੈਂਟ ਏਸਿਮਟੋਮੈਟਿਕ ਹੁੰਦਾ ਹੈ। ਉਹਦੇ ਵਾਸਤੇ ਅਸੀਂ ਟੈਸਟ ਕਰਦੇ ਹਾਂ ਬੱਚੇਦਾਨੀ ਦੇ ਅੰਦਰੋਂ ਫਲੂਇਡ। ਹੁਣ ਸਾਡੇ ਕੁਝ ਟੈਸਟ ਹੈ ਜਿਹੜੇ ਸਿਵਲ ਹਸਪੀਟਲ 'ਚ ਵੀ ਅਵੇਲੇਬਲ ਹੈਗੇ, ਔਰ ਉਹਨਾਂ 'ਚ ਅਸੀਂ ਜੇ ਸਾਨੂੰ ਸਿੰਪਟੋਮੈਟਿਕਲੀ ਲੱਗੇ ਜਾਂ ਸਾਨੂੰ ਅਸੈਸਮੈਂਟ 'ਚ ਲੱਗੇ ਤੇ ਅਸੀਂ ਮੇਰਾ ਖਿਆਲ ਹਰ ਇਨਫਰਟਿਲਿਟੀ ਦੇ ਪੇਸ਼ੈਂਟ ਨੂੰ ਇਸ ਨਜ਼ਰ ਨਾਲ ਜ਼ਰੂਰ ਚੈੱਕ ਕਰਦੇ ਹਾਂ ਕਿ ਇਹਨੂੰ ਕਿਤੇ ਟਿਊਬਰਕਲੋਸਿਸ ਨਾ ਹੈ। ਡਾਕਟਰ ਕੁਮੁਦ ਦਾ ਇਹਦੇ 'ਚ ਬਹੁਤ ਜ਼ਿਆਦਾ ਯੋਗਦਾਨ ਰਿਹਾ। ਉਹਨਾਂ ਨੇ ਬਹੁਤ ਸਟੱਡੀ ਜੈਨੀਟਲ ਟਿਊਬਰਕਲੋਸਿਸ ਦੀ ਕੀਤੀ ਹੈ, ਬਹੁਤ ਟਾਕਸ ਵੀ ਦਿੱਤੀਆਂ, ਔਰ ਸਾਡੀ ਬਹੁਤ ਵਾਰੀ ਉਹਦੇ 'ਤੇ ਡਿਸਕਸ਼ਨ ਵੀ ਹੋਈ ਹੈ। ਆਮ ਕਈ ਲੋਕ ਨਹੀਂ ਵੀ ਐਗਰੀ ਕਰਦੇ, ਲੇਕਿਨ ਸੱਚ ਹੈ ਕਿ ਬਹੁਤ ਪੇਸ਼ੈਂਟ ਹੈ ਜਿਹੜੇ ਸਿੰਪਲ ਟਿਊਬਰਕਲੋਸਿਸ ਦੇ ਟ੍ਰੀਟਮੈਂਟ ਦੇ ਨਾਲ ਆਪਣੇ ਆਪ ਕਨਸੀਵ ਕਰ ਲੈਂਦੇ, ਜਿਨ੍ਹਾਂ ਦਾ ਪਹਿਲਾਂ ਲੱਗਦਾ ਸੀਗਾ ਕਿ ਇਹਨਾਂ 'ਤੇ ਤਾਂ ਕੋਈ ਨਹੀਂ ਸਕਦੀ ਪ੍ਰੈਗਨੈਂਸੀ। ਬਟ ਈਵਨ ਵਿਦ ਬੈਡ ਓਵਰੀਜ਼, ਬੈਡ ਟਿਊਬਲ ਡਿਜ਼ੀਜ਼, ਮੈਨੀ ਪੇਸ਼ੈਂਟਸ ਜਿਹੜੇ ਉਹ ਕਨਸੀਵ ਕਰ ਜਾਂਦੇ ਸਿੰਪਲ ATT ਨਾਲ। ਸੋ ਡੈਫੀਨੇਟਲੀ ਟਿਊਬਰਕਲੋਸਿਸ ਨੂੰ ਅਸੀਂ ਜ਼ਰੂਰ ਆਪਣੇ ਸਾਹਮਣੇ ਰੱਖ ਕੇ ਚੱਲਣਾ। ਦੱਸਾ, ਇੱਕ ਪਾਸੇ 35 ਸਾਲ ਦਾ ਤਜਰਬਾ ਔਰ ਦੂਸਰੇ ਪਾਸੇ ਹਾਈ ਟੂ ਹਾਈ ਮਸ਼ੀਨਰੀ, ਕਿਉਂਕਿ ਡਾਕਟਰ ਕੁਮੁਦ ਨੇ ਕਿਸੇ ਵੀ ਗੱਲ 'ਚ ਸਮਝੌਤਾ ਨਹੀਂ ਕੀਤਾ ਸੀਗਾ। ਸਭ ਜੋ ਲੇਟੈਸਟ ਤੋਂ ਲੇਟੈਸਟ ਚੀਜ਼ ਸੀਗੀ ਇਨਫਰਟਿਲਿਟੀ ਦੇ ਕੇਸ ਦੇ ਵਿੱਚ, ਉਹ ਉਹਨਾਂ ਨੇ ਆਪਣੇ ਹਸਪੀਟਲ 'ਚ ਅਪਲਾਈ ਕੀਤੀ ਹੋਈ ਹੈ। ਸਾਨੂੰ ਦੱਸੋ ਕਿ ਕੀ ਹੁਣ ਇੱਥੇ ਫੈਸਿਲਿਟੀਜ਼ ਅਵੇਲੇਬਲ ਨੇ ਸ਼ਿਵਮ ਦੇ ਵਿੱਚ? ਸਾਡਾ ਇੱਕ ਸੈਂਟਰ ਜਿਹੜਾ ਹੈ ਉਹ ਟੋਟਲੀ ਇੰਡੀਪੈਂਡੈਂਟ ਕੰਪਲੀਟ ਸੈਂਟਰ ਹੈ। ਅਸੀਂ ਸੈਲਫ ਸਫੀਸ਼ੀਐਂਟ ਹਾਂ, ਸਾਨੂੰ ਕੋਈ ਵੀ ਚੀਜ਼ ਬਾਹਰੋਂ ਨਹੀਂ ਕਰਨੀ ਪੈਂਦੀ। ਸਟਾਰਟਿੰਗ ਫਰੋਮ ਸਿੰਪਲ ਟ੍ਰੀਟਮੈਂਟਸ, ਮੈਡੀਸਨ ਸਾਡੇ ਕੋਲ ਅਵੇਲੇਬਲ ਹੈ, ਅਲਟਰਾਸੋਨੋਗ੍ਰਾਫੀ ਹੈ ਫॉर ਅਸੈਸਮੈਂਟ ਉਹ ਸਾਡੇ ਕੋਲ ਅਵੇਲੇਬਲ ਹੈ, IUI ਵਾਸਤੇ ਸਾਡੇ ਕੋਲ ਲੈਬ ਹੈਗੀ ਹੈ, ਸੀਮਨ ਪ੍ਰੋਸੈਸਿੰਗ ਸਾਡੇ ਕੋਲ ਆਪਣੇ ਕੋਲ ਹੁੰਦੀ ਹੈ, ਸੀਮਨ ਬੈਂਕ ਤੋਂ ਵੀ ਸਾਡਾ ਜਿਹੜੀ ਸਪਲਾਈ ਹੈ ਸਾਡੇ ਕੋਲਡ ਚੇਨ ਅਸੀਂ ਮੇਨਟੇਨ ਕਰਕੇ ਜਿਹੜਾ ਸਟੋਰੇਜ ਹੈ ਉਹ ਵੀ ਅਸੀਂ ਆਪਣੇ ਕੋਲ ਕਰਦੇ ਹਾਂ। ਫੁੱਲ ਟਾਈਮ ਸਾਡੇ ਕੋਲ ਡਾਕਟਰ ਸੁਗੰਧਾ ਭਾਟੀਆ ਹੈ, ਕਾਫੀ ਸਾਲਾਂ ਤੋਂ ਡਾਕਟਰ ਕੁਮੁਦ ਨਾਲ ਐਸੋਸੀਏਟਡ ਹੈ। ਸ਼ੀ ਇਜ਼ ਅ ਫੁੱਲ ਟਾਈਮ ਐਮਬ੍ਰੀਓਲੋਜਿਸਟ। ਬਹੁਤ ਥੋੜ੍ਹੇ ਸੈਂਟਰਸ ਹੈ ਜਿਨ੍ਹਾਂ ਕੋਲ ਆਪਣੇ ਐਮਬ੍ਰੀਓਲੋਜਿਸਟ ਹੈਗੇ। ਸੋ ਇਸ ਪਿੱਛੇ ਸਾਡੇ ਲਈ ਔਰ ਪੂਰੀ ਐਡਵਾਂਸਡ IVF ਇਨਕਲੂਡਿੰਗ ICSI ਸਾਰਾ ਕੁਝ ਸਾਡੇ ਕੋਲ ਫੈਸਿਲਿਟੀ ਹੈਗੀ। ਸੋ ਵੀ ਆਰ ਏਬਲ ਟੂ ਮੈਨੇਜ ਆਲ ਟਾਈਪ ਆਫ ਕੇਸਿਸ ਆਫ IVF। ਕੋਈ ਵੀ ਸਾਨੂੰ ਬਾਹਰੋਂ ਕੋਈ ਚੀਜ਼ ਕਰਾਉਣ ਦੀ ਜਾਂ ਲੈਣ ਦੀ ਲੋੜ ਨਹੀਂ ਹੁੰਦੀ। ਐਂਡ ਸਭ ਜਿਹੜਾ ਇਹ ਸ਼ਿਵਮ ਹਸਪੀਟਲ ਆ, ਇਹਦੇ ਨਾਲ ਹੀ ਸਤਿਅਮ ਹਸਪੀਟਲ ਅਟੈਚ ਹੈ, ਔਰ ਨੰਬਰ ਆਫ ਡਾਕਟਰਸ ਉੱਥੇ ਵੀ ਹੈਗੇ ਨੇ। ਕਿ ਇਹ ਵੀ ਕਾਰਨ ਹੈ ਕਿ ਇੱਥੋਂ ਜਿਹੜਾ ਸਕਸੈਸਫੁਲ ਰੇਟ ਹੈਗਾ IVF ਦਾ ਔਰ ਫਰਟੀਲਿਟੀ ਦਾ ਬਹੁਤ ਜ਼ਿਆਦਾ ਹੈ, ਕਿਉਂਕਿ ਕੋਈ ਵੀ ਚੀਜ਼ ਦੀ ਕੋਈ ਪ੍ਰੋਬਲਮ ਹੁੰਦੀ ਹੈ, ਕਈ ਵਾਰ ਬੰਦਾ ਮਲਟੀਸੈਂਸਿਸ ਹੁੰਦਾ ਪ੍ਰੋਬਲਮ ਦੇ ਨਾਲ, ਤੇ ਉਹ ਫਿਰ ਨਾਲ ਇਹ ਹਸਪੀਟਲ ਹੋਣ ਦੇ ਕਾਰਨ ਮਤਲਬ ਜਿਹੜਾ ਹੈਗਾ ਇੱਕ ਅਸਿਸਟੈਂਸ ਮਿਲ ਜਾਂਦੀ। ਹਾਂਜੀ ਬਿਲਕੁਲ, ਉਹਦਾ ਫਰਕ ਪੈਂਦਾ ਹੈ। ਕਦੀ ਸਾਨੂੰ ਕੋਈ ਚੀਜ਼ਾਂ ਪੇਸ਼ੈਂਟਸ ਹੈ ਜਿਨ੍ਹਾਂ 'ਚ ਕੋਈ ਮੈਡੀਕਲ ਐਸੋਸੀਏਟਿਡ ਪ੍ਰੋਬਲਮ ਹੈਗੀ ਹੈ, ਉਹ ਅਸੀਂ ਨਾਲ ਦੇ ਨਾਲ ਕਰ ਲੈਂਦੇ। ਕੋਈ ਨਿਊਰੋਲੋਜੀ ਦੀ ਪ੍ਰੋਬਲਮ ਹੁੰਦੀ ਪੇਸ਼ੈਂਟ ਨੂੰ, ਉਹ ਅੰਡਰ ਵਨ ਰੂਫ ਟ੍ਰੀਟਮੈਂਟ ਹੋ ਜਾਂਦਾ ਹੈ। ਵੈਸੇ ਵੀ ਜਿਹੜਾ ਆਪਰੇਸ਼ਨ ਥੀਏਟਰਸ
ਤੇ ਜਿਹੜੀ ਇਨਡੋਰ ਫੈਸਿਲਿਟੀ ਹੈ ਉਹ ਸਤਿਅਮ ਹਸਪੀਟਲ 'ਚ ਹੈ। ਤਾਂ ਸਾਡੇ ਕੋਲ ਜਿਹੜੇ ਪੇਸ਼ੈਂਟ ਸਾਡੇ ਕੰਸੀਵ ਕਰਦੇ ਆ, ਦੂਸਰੇ ਵੀ ਐਂਟੀਨੇਟਲ ਪੇਸ਼ੈਂਟ ਜਿਹੜੇ ਆਉਂਦੇ, ਉਹਨਾਂ ਦੀ ਡਿਲੀਵਰੀ ਵਾਸਤੇ ਜਾਂ ਸਿਜ਼ੇਰੀਅਨ ਵਾਸਤੇ ਸਾਨੂੰ ਕਿਤੇ ਇੱਧਰ ਉੱਧਰ ਜਾਣਾ ਨਹੀਂ ਪੈਂਦਾ। ਉਹ ਅਸੀਂ ਸਾਰਾ ਕੁਝ ਸਤਿਅਮ ਹਸਪੀਟਲ 'ਚ ਕਰਦੇ ਹਾਂ। ਸਾਡਾ ਜਿਹੜਾ ਡੇ ਕੇਅਰ ਸੈਂਟਰ ਹੈ, IVF ਦਾ ਕੰਮ ਅਸੀਂ ਇੱਥੇ ਕਰਦੇ ਹਾਂ, ਔਰ ਜਿਹੜੇ ਸਾਡੇ ਐਡਮਿਸ਼ਨਸ ਹੈ, ਕੋਈ ਸਟੈਕਟਮੀਜ਼ ਹੈ, ਕੋਈ ਸਿਜ਼ੇਰੀਅਨ ਹੈ, ਡਿਲੀਵਰੀ ਹੈ, ਉਹ ਸਾਰਾ ਕੁਝ ਅਸੀਂ ਸਤਿਅਮ ਹਸਪੀਟਲ 'ਚ ਕਰਦੇ ਹਾਂ। ਸੋ ਸਤਿਅਮ ਜਿਹੜਾ ਹੈ ਉਹ ਐਡ ਕਰਦਾ ਹੈ ਸਾਡੇ ਸੈਂਟਰ ਨੂੰ ਇੱਕ ਕੰਪਲੀਟ ਸੈਂਟਰ ਬਣਾਉਣ ਲਈ। ਸੋ ਪੇਸ਼ੈਂਟ ਫਰੋਮ ਯੂਥ, ਫਰੋਮ ਯੰਗ ਏਜ, ਬੱਚੀਆਂ ਹਨ ਵਿਦ PCOD ਐਨੀ ਪ੍ਰੋਬਲਮ, ਉੱਥੋਂ ਲੈ ਕੇ रिप्रोडक्टिव एज ग्रुप चाहे इनफर्टिलिटी वास्ते है, चाहे वो डिलीवरी वास्ते है, या ओल्डर एज ग्रुप जो कोई उन्होंने पेरीमीनोपॉजल प्रॉब्लम है वो वास्ते, कोई हिस्टेक्टमी वगैरह की लोड़ है, तो पोस्ट मीनोपॉजल है, चेकअप कुछ भी है, वो सारे लिए ऐसी सेल्फ सफिशेंट है और अंडर वन रूफ है। मे बी ए पेशेंट वास्ते भी कन्वीनियंट है, उन्होंने जगह जगह नहीं जाना पैंदा। तो सारा फैसिलिटी साढ़े को इत्थे है। ਡਾਕਟਰ ਸਾਹਿਬ, ਆਪਣੀ ਇਹ ਜਿਹੜੀ ਗੁਫ਼ਤਗੂ ਆ ਚਾਲੂ ਰਹੂਗੀ ਕਿਉਂਕਿ ਪੰਜਾਬ ਪਲੱਸ ਚੈਨਲ ਤੁਹਾਡਾ ਬੜਾ ਧੰਨਵਾਦੀ ਹੈ ਕਿ ਅੱਜ ਤੁਸੀਂ ਸਾਨੂੰ ਸਮਾਂ ਦਿੱਤਾ ਔਰ ਸਾਡੇ ਦਰਸ਼ਕ ਜਿਹੜੇ ਅਵੇਅਰ ਹੋ ਰਹੇ ਤੁਹਾਡੇ ਤੋਂ ਬਹੁਤ ਜ਼ਿਆਦਾ ਵਧੀਆ ਜਾਣਕਾਰੀ ਲੈ ਕੇ। ਤੁਹਾਡਾ ਅੱਜ ਲਈ ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਕੀ ਤੁਹਾਡਾ ਮੈਸੇਜ ਹੋਊਗਾ ਤੁਹਾਡੇ ਦਰਸ਼ਕਾਂ ਨੂੰ ਇਹ ਕਹਾਂਗੇ ਕਿ ਇਨਫਰਟੀਲਿਟੀ ਇਹੋ ਜਿਹੀ ਚੀਜ਼ ਹੈ ਜਿਹਨੂੰ ਥੋੜ੍ਹਾ ਜਲਦੀ ਟ੍ਰੀਟ ਕਰਨਾ ਸ਼ੁਰੂ ਕਰਨਾ ਚਾਹੀਦਾ। ਕਈ ਲੋਕਾਂ 'ਚ ਮੈਂ ਦੇਖਿਆ ਧਾਰਨਾ ਹੈ ਕਿ ਹਾਲੇ ਤੇ 35 ਸਾਲ ਦੇ ਹੋਵਾਂਗੇ, ਉਸ ਤੋਂ ਬਾਅਦ ਸੋਚਾਂਗੇ ਕਿਤੇ IVF ਸੈਂਟਰ ਚਲੇ ਗਏ ਤੇ IVF ਨਾ ਕਰਦੇ। ਕਿ ਪਲੀਜ਼ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਆਓ, ਜੋ ਚੀਜ਼ ਦੀ ਲੋੜ ਹੈ ਉਹੀਓ ਅਸੀਂ ਤੁਹਾਨੂੰ ਐਡਵਾਈਸ ਕਰਾਂਗੇ ਔਰ ਇਹੀਓ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਸਹੀ ਬਣ ਕੇ, ਤਾਂ ਕਿ ਲੋਕ ਟਾਈਮ ਗਵਾ ਕੇ ਨਾ ਆਉਣ, ਕਿ ਜਿਹੜਾ ਇਲਾਜ ਸਿੰਪਲ ਤਰੀਕੇ ਨਾਲ ਹੋ ਸਕਦਾ ਹੈ ਉਹਨੂੰ ਸਾਨੂੰ ਅਗਲੀ ਜਾ ਕੇ ਨਾ ਕਰਨੀ ਪਏ। ਤਾਂ ਇਹੀਓ ਕਹਾਂਗੇ ਕਿ ਅੱਗੇ ਆਓ, ਆ ਕੇ ਆਪਣਾ ਕੋਈ ਵੀ ਪ੍ਰੋਬਲਮ ਹੈ ਆ ਕੇ ਸ਼ੇਅਰ ਕਰੋ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਜਿਹੜੀ ਡਾਕਟਰ ਕੁਮੁਦ ਦੇ ਹੁੰਦੇ ਸ਼ਮ ਚੱਲ ਰਹੀ ਸੀਗੀ, ਬੜੇ ਵਧੀਆ ਤਰੀਕੇ ਦੇ ਨਾਲ ਅੱਜ 35 ਈਅਰ ਦੇ ਐਕਸਪੀਰੀਅੰਸ ਵਾਲੇ ਡਾਕਟਰ ਤੁਹਾਡੇ ਨਾਲ ਅਟੈਚ ਹੋ ਗਏ ਔਰ ਤੁਹਾਡਾ ਬੜਾ ਇਸ ਸੈਂਟਰ ਨੂੰ ਜਿਹੜਾ ਹੈਗਾ ਪਹਿਲਾਂ ਹੀ ਉਹਨਾਂ ਦੀ ਅਸੀਸਾਂ ਲੱਗੀਆਂ ਹੋਈਆਂ ਨੇ ਔਰ ਇਹ ਸੈਂਟਰ ਇੱਕ ਸਰਕਾਰੀ ਸੈਂਟਰ ਵਾਂਗੂ ਚੱਲ ਰਿਹਾ ਹੈਗਾ ਕਿਉਂਕਿ ਇੱਕ ਵਾਈਡ ਸੈਂਟਰ ਹੈ ਜਿਹਦੇ ਵਿੱਚ ਲੋਕਾਂ ਨੂੰ IVF ਦੇ ਲਈ, ਕਿਉਂਕਿ ਨੋ ਡਾਊਟ IVF ਸੈਂਟਰ ਹੈ ਲੇਕਿਨ ਪਹਿਲਾਂ ਮਤਲਬ ਜਿਹੜਾ ਹੈਗਾ ਹੋਰ ਪ੍ਰੋਸੀਜਰਾਂ ਦੇ ਨਾਲ ਹੀ ਕੰਸੀਵ ਕਰਵਾਇਆ ਜਾਂਦਾ। ਕੀ ਕਹਿਣਾ ਚਾਹੁੰਦੇ? ਅਸੀਂ ਸਰ ਫਿਲਹਾਲ ਡਾਕਟਰ ਸੰਗੀਤਾ ਸਾਡੇ ਨਾਲ ਨੇ, ਅਸੀਂ ਮੈਡਮ ਦੇ ਹੀ ਸਾਰੇ ਬਣਾਏ ਹੋਏ ਪ੍ਰੋਟੋਕੋਲਸ 'ਤੇ ਹੀ ਚੱਲ ਰਹੇ ਹਾਂ। ਜਿੱਦਾਂ ਕਿ ਮੈਡਮ ਨੇ ਤੁਹਾਨੂੰ ਦੱਸਿਆ ਕਿ ਅਸੀਂ ਸਟ੍ਰੇਟ ਫਾਰਵਰਡ ਪੇਸ਼ੈਂਟ ਨੂੰ IVF 'ਤੇ ਨਹੀਂ ਪਾਉਂਦੇ, ਅਸੀਂ ਪਹਿਲਾਂ ਸਾਰੀ ਉਹਦੀ ਛੋਟੀ ਮੋਟੀ ਪ੍ਰੋਬਲਮ ਜਾਂ ਕਾਉਂਸਲਿੰਗ ਜਾਂ ਛੋਟੇ ਮੋਟੇ ਪ੍ਰੋਸੀਜਰ ਦੇ ਨਾਲ ਹੀ ਅਸੀਂ ਕੋਸ਼ਿਸ਼ ਕਰਦੇ ਕਿ ਪੇਸ਼ੈਂਟ ਨਿਕਲ ਜਾਵੇ। ਜੋ ਮੈਡਮ ਦਾ ਪ੍ਰੋਟੋਕੋਲ ਸੀ ਸੇਮ ਪ੍ਰੋਟੋਕੋਲ ਉਹੀ ਫੋਲੋ ਕਰਦੇ। ਔਰ ਜਿਹੜੀ ਸਭ ਤੋਂ ਵੱਡੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਕਿ ਐਮਬਰੋਲੋਜਿਸਟ ਹੈ ਜਿਹੜੀ ਉਹ ਹਮੇਸ਼ਾ ਇੱਥੇ ਹਾਜ਼ਰ ਹੁੰਦੇ ਆ। ਇਹ ਇੱਕ ਬੜਾ ਪੁਆਇੰਟ ਹੈ ਕਿਉਂਕਿ ਲੋਕਾਂ ਨੂੰ ਬਾਹਰੋਂ ਆਉਂਦੇ ਆ ਐਮਬਰੋਲੋਜਿਸਟ ਕਰਾਂਗੇ ਹੀ ਐਸੇ ਹੋਗਾ, ਲੇਕਿਨ ਇੱਥੇ ਤੁਹਾਡਾ ਜਿਹੜਾ ਮਾਈਂਡ ਸੈਟਅਪ ਹੈਗਾ ਡਾਕਟਰ ਮੈਡਮ ਦਾ ਔਰ ਉਹਨਾਂ ਦਾ ਬੜਾ ਆਪਸ ਵਿੱਚ ਮਿਲਿਆ। ਹਾਂਜੀ ਸਰ, ਇੱਦਾਂ ਹੈ ਕਿ ਜਦੋਂ ਐਮਬਰੋਲੋਜਿਸਟ ਬਾਹਰੋਂ ਆਉਂਦੇ ਜਿਹੜੇ ਸੈਂਟਰਸ ਦੇ ਵਿੱਚ, ਉਹਨਾਂ 'ਚ ਪੇਸ਼ੈਂਟਸ ਨੂੰ ਉਹਨਾਂ ਨੂੰ ਬੈਚਿੰਗ ਕਰਨੀ ਪੈਂਦੀ ਹੈ। ਬਟ ਇੱਥੇ ਸਾਡੇ ਸੈਂਟਰ 'ਚ ਜੇ ਕਿਸੇ ਪੇਸ਼ੈਂਟ ਨੂੰ ਜਦੋਂ ਵੀ ਲੋੜ ਹੈ ਕਿ ਵੀ ਅਸੀਂ ਹੁਣੇ IVF ਕਰਵਾਉਣਾ ਹੈ ਤੇ ਅਸੀਂ ਇੰਸਟੈਂਟ ਉਸ ਟਾਈਮ ਸਟਾਰਟ ਕਰ ਸਕਦੇ ਹਾਂ। ਸਾਨੂੰ ਇਹ ਨਹੀਂ ਕਿ ਸਾਨੂੰ ਕਿਸੇ ਦੀ ਵੇਟ ਕਰਨੀ ਪਏਗੀ ਜਾਂ ਸਾਨੂੰ ਬੈਚਿੰਗ ਕਰਨੀ ਪਏਗੀ ਜਾਂ ਅਸੀਂ ਦੇਖਾਂਗੇ ਲੈਬ ਸੈਟਅਪ ਕਰਾਂਗੇ, ਸਾਡਾ ਇਸ ਤਰ੍ਹਾਂ ਦਾ ਕੁਝ ਨਹੀਂ ਹੈ।